ਏਸੀ ਦੀ। ਆਪਾਂ ਗਰਮੀ ਤੋਂ ਬਚਣ ਲਈ ਏਸੀ ਤਾਂ ਲੈ ਲਿਆ, ਹੁਣ ਹੋਇਆ ਕੀ, ਉਹਦਾ ਅਸਰ ਕੀ ਹੋਇਆ? ਉਹਦਾ ਅਸਰ ਇਹ ਹੋਇਆ ਕਿ ਏਸੀ ਨਾਲ ਸਾਡਾ ਪਸੀਨਾ ਸਰੀਰ 'ਚੋਂ ਨਿਕਲਣਾ ਹੀ ਬੰਦ ਹੋ ਗਿਆ, ਅਤੇ ਸਾਡੇ ਬਾਡੀ 'ਚ ਜਿਹੜੇ ਟੌਕਸਿਨਸ ਇਕੱਠੇ ਹੁੰਦੇ ਆ ਉਹ ਬਾਹਰ ਕਿੱਦਾਂ ਵਾਸ਼ ਆਊਟ ਹੋਊਗੇ, ਨਿਕਲੂਗਾ ਕਿੱਦਾਂ? ਜਦੋਂ ਨਿਕਲੂਗੇ ਨਹੀਂ, ਬਿਮਾਰੀਆਂ ਅੰਦਰ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ। ਨੋਰਮਲ ਫਿਜ਼ੀਕਲ ਲੈਵਲ 'ਤੇ ਸਿੰਪਟਮਸ ਦੇ ਕੇ ਇਲਾਜ ਹੁੰਦਾ। ਇਹਦੇ ਵਿੱਚ ਅਸੀਂ ਜੜ ਦੇ ਉੱਤੇ ਕੰਮ ਕਰੀਦਾ। ਅਸੀਂ ਕਿਹੜੀਆਂ ਚੀਜ਼ਾਂ ਖਾ ਰਹੇ ਹਾਂ? ਆਪਾਂ ਬੇਕਰੀ ਪ੍ਰੋਡਕਟਸ 'ਤੇ ਡਿਪੈਂਡੈਂਟ ਹੋ ਚੁੱਕੇ ਹਾਂ, ਆਪਾਂ ਪੀਜ਼ਾ ਬਰਗਰ 'ਤੇ ਡਿਪੈਂਡੈਂਟ ਹੋ ਚੁੱਕੇ ਹਾਂ, ਆਪਾਂ ਕੋਈ ਵੀ ਚੀਜ਼ ਮਿਰਚ ਮਸਾਲੇ ਦੇ ਨਾਲ ਤੁੰਨ ਕੇ ਖਾਂਦੇ ਹਾਂ, ਹੈ ਨਾ। ਜਦੋਂ ਅਸੀਂ ਇਹ ਚੀਜ਼ ਨੂੰ ਖਾਧੀ, ਸਾਡੀ ਬਾਡੀ ਦਾ ਜਿਹੜਾ ਐਸਿਡਿਕ ਲੈਵਲ ਉਹ ਵਧਣਾ ਸ਼ੁਰੂ ਹੋ ਗਿਆ, ਉਹ 20 ਦੀ ਬਜਾਏ 60-70 ਹੋਣਾ ਸ਼ੁਰੂ ਹੋ ਗਿਆ, ਜਿਹਦੇ ਕਾਰਨ ਅਮੂਮਨ ਗੈਸ ਐਸਿਡ ਇੱਕ ਆਮ ਬਿਮਾਰੀ ਬਣ ਗਈ ਹੈ। ਹੁਣ ਜਦੋਂ ਬਾਡੀ ਦੇ ਵਿੱਚ ਗੈਸ ਐਸਿਡ ਜ਼ਿਆਦਾ ਰਹਿਣਾ ਸ਼ੁਰੂ ਹੋ ਜਾਊਗਾ ਅਤੇ ਲੀਵਰ ਦੇ ਉੱਤੇ ਲੋਡ ਪੈਣਾ ਸ਼ੁਰੂ ਹੋ ਜਾਊਗਾ, ਲੀਵਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਊਗਾ। ਨੈਚੁਰੋਪੈਥੀ ਸਿਸਟਮ 'ਚ ਕੀ ਹੈ ਕਿ ਤੁਹਾਡੇ ਹੈਪੀ ਹਾਰਮੋਨਸ ਰਿਲੀਜ਼ ਹੋਣਾ ਸ਼ੁਰੂ ਹੋ ਗਏ ਬ੍ਰੇਨ ਤੋਂ। ਜਿੱਦਾਂ ਹੀ ਉਹ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਬ੍ਰੇਨ ਤੋਂ, ਆਟੋਮੈਟਿਕਲੀ ਹੈਪੀਨੈਸ ਜਿਹੜਾ ਮੂਡ ਹੈ, ਜਿਹੜਾ ਸਵਿੰਗ ਹੋ ਰਿਹਾ ਉਹਦਾ, ਉਹ ਬਦਲਣਾ ਸ਼ੁਰੂ ਹੋ ਜਾਣਾ। ਪੁਰਾਣੇ ਬਜ਼ੁਰਗ ਨੇ ਜਿਹੜੇ ਅੱਜ ਕੱਲ੍ਹ ਦੇ ਇਸ ਟਾਈਮ ਜਿੰਦੇ ਜਾਗਦੇ ਬਜ਼ੁਰਗ ਨੇ, ਉਹ ਸਟਰੈਸਫੁਲ ਲਾਈਫ ਕਾਰਨ ਲੇਜ਼ੀ ਹੁੰਦੇ ਜਾ ਰਹੇ ਆ। ਹੁਣ ਜਦੋਂ ਇਨਸਾਨ ਲੇਜ਼ੀ ਹੁੰਦਾ ਹੈ, ਉਹ ਹਰ ਚੀਜ਼ ਨੂੰ ਜਲਦੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਉਹ ਦੌੜਦਾ ਫਾਸਟ ਫੂਡ ਵੱਲ। ਜਿੱਦਾਂ ਹੀ ਫਾਸਟ ਫੂਡ ਵੱਲ ਦੌੜਦਾ ਹੈ, ਫਾਸਟ ਬਿਮਾਰੀਆਂ ਵੀ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ। ਜਿਹੜੀਆਂ ਚੀਜ਼ਾਂ ਦੇ ਵਿੱਚ ਮੈਦਾ ਜ਼ਿਆਦਾ ਹੈ, ਜਿਹੜੇ ਚੀਜ਼ਾਂ 'ਚ ਮਿਰਚ ਮਸਾਲੇ ਜ਼ਿਆਦਾ, ਆਪਾਂ ਬਾਡੀ ਨੂੰ ਦੇਵਾਂਗੇ ਅਤੇ ਬਾਡੀ ਰਿਪਲਾਈ ਤੁਹਾਨੂੰ ਬਿਮਾਰੀਆਂ ਨਾਲ ਹੀ ਕਰੇਗੀ। 99.9% ਲੋਕਾਂ ਨੂੰ ਇਹ ਰਿਜ਼ਲਟ ਮਿਲਿਆ। 0.1% ਉਹ ਲੋਕ ਨੇ ਜਿਹੜੇ ਆਲਸ ਕਾਰਨ ਨਹੀਂ ਆ ਪਾਉਂਦੇ, ਜਾਂ ਜਿਹੜੇ ਚਾਹੁੰਦੇ ਅਸੀਂ ਘਰ ਬੈਠੇ ਠੀਕ ਹੋ ਜਾਈਏ, ਜਾਂ ਜਿਹੜੇ ਬਹੁਤ ਜ਼ਿਆਦਾ ਉਹਨਾਂ ਨੂੰ ਆਦਤ ਪੈ ਚੁੱਕੀ ਹੈ ਕਿ ਸਾਨੂੰ ਸਵੇਰੇ ਸ਼ਾਮ ਦੀ ਟੈਬਲੇਟ ਦਿਓ ਅਤੇ ਅਸੀਂ ਠੀਕ ਹੋ ਜਾਈਏ। ਆਤਮਾ ਚੈਨਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਕਪਿਲ ਕਤਿਆਲ ਤਹਿ ਦਿਲ ਤੋਂ ਸਵਾਗਤ ਕਰਦਾ ਜੀ। ਅਤੇ ਅੱਜ ਅਸੀਂ ਮੌਜੂਦ ਹਾਂ ਡਿਵਾਈਨ ਹੀਲਿੰਗ ਸੈਂਟਰ ਦੇ ਵਿੱਚ, ਜਿੱਥੇ ਨੈਚੁਰੋਪੈਥੀ ਦੇ ਦੁਆਰਾ ਮਾਨਸਿਕ ਅਤੇ ਸਰੀਰਕ ਕਈ ਤਰ੍ਹਾਂ ਦੀ ਪ੍ਰੋਬਲਮਾਂ ਦਾ ਜਿਹੜਾ ਕਿ ਇਲਾਜ ਕੀਤਾ ਜਾਂਦਾ ਹੈ। ਅਤੇ ਸਾਡੇ ਨਾਲ ਹੁਣ ਇੱਥੇ ਮੌਜੂਦ ਨੇ ਗੱਲਬਾਤ ਕਰਨ ਲਈ ਡਾਕਟਰ ਨਵਜੋਤਪੁਰੀ ਜੀ। ਤਾਂ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਨੈਚੁਰੋਪੈਥੀ ਦੇ ਦੁਆਰਾ ਉਹ ਕਿਸ ਤਰ੍ਹਾਂ ਇਲਾਜ ਕਰਦੇ ਨੇ ਅਤੇ ਕਿਸ ਤਰ੍ਹਾਂ ਜਿਹੜੀ ਮਾਨਸਿਕ ਪ੍ਰੋਬਲਮ ਨੂੰ ਦੂਰ ਕਰਦੇ ਨੇ। ਹਾਂਜੀ, ਤੁਹਾਡਾ ਸਵਾਗਤ ਹੈ ਜੀ ਆਤਮਾ ਚੈਨਲ 'ਤੇ। ਬਹੁਤ ਬਹੁਤ ਧੰਨਵਾਦ ਕਰਦਾ ਮੈਂ ਜਿੰਨੇ ਵੀ ਸਰੋਤਾਗਣ ਦੇਖ ਰਹੇ ਹੈ ਚੈਨਲ ਨੂੰ ਇਸ ਟਾਈਮ ਨੂੰ, ਅਤੇ ਉਹਨਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਹਾਂਜੀ ਡਾਕਟਰ ਸਾਹਿਬ, ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜਾ ਨੈਚੁਰੋਪੈਥੀ ਕੀ ਚੀਜ਼ ਹੈ ਅਤੇ ਤੁਸੀਂ ਕਿਸ ਤਰ੍ਹਾਂ ਟਰੀਟਮੈਂਟ ਕਰਦੇ ਹੋ ਇਸ ਦੇ ਨਾਲ। ਦੇਖੋ, ਨੈਚੁਰੋਪੈਥੀ ਇੱਕ ਬਹੁਤ ਹੀ ਪ੍ਰਾਚੀਨ ਪੱਧਤੀ ਹੈ। ਨੈਚੁਰੋਪੈਥੀ ਦੇ ਵਿੱਚ ਬਹੁਤ ਸਾਰੇ ਐਸੇ ਨੈਚੁਰਲ ਟਰੀਟਮੈਂਟ ਦੀ ਟੈਕਨੀਕਸ ਹੈਗੀਆਂ ਜਿਹਦੇ ਨਾਲ ਇਨਸਾਨ ਦਾ ਜਿਹੜਾ ਬਾਡੀ ਦਾ ਮੈਕੈਨਿਜ਼ਮ ਹੈ ਉਹਨੂੰ ਦਰੁਸਤ ਕੀਤਾ ਜਾਂਦਾ। ਮੇਨਲੀ ਜਿਹੜੀ ਨੈਚੁਰੋਪੈਥੀ ਸਾਇੰਸ ਹੈ, ਬੇਸਿਕਲੀ ਜਿਹੜੀ ਬੇਸਡ ਹੈ, ਇਹ 5 ਐਲੀਮੈਂਟਸ 'ਤੇ ਬੇਸਡ ਹੈ। ਇਸ ਦੇ ਨਾਲ ਨੈਚੁਰੋਪੈਥੀ ਦੇ ਵਿੱਚ ਬਹੁਤ ਸਾਰੀ ਐਸੀ ਹੋਰ ਵੀ ਪੱਧਤੀਆਂ, ਟਰੀਟਮੈਂਟ ਥੈਰੇਪੀਜ਼ ਹੈਗੀਆਂ ਸਾਡੇ ਕੋਲ, ਜਿਹਦੇ ਦੁਆਰਾ ਬਾਡੀ ਦੇ ਮੈਕੈਨਿਜ਼ਮ ਨੂੰ ਦਰੁਸਤ ਕੀਤਾ ਜਾਂਦਾ। 5 ਐਲੀਮੈਂਟਸ ਜਿਹੜੇ ਮੇਨ ਹੈ, ਸਾਡਾ ਸਰੀਰ 5 ਐਲੀਮੈਂਟਸ ਨਾਲ ਬਣਿਆ, 5 ਤੱਤਵਾਂ ਨਾਲ ਬਣਿਆ, ਉਹਨੂੰ ਬੈਲੈਂਸ ਕਰਨ ਦੀ ਟੈਕਨੀਕ ਹੈ। ਨੈਚੁਰੋਪੈਥੀ ਦੇ ਵਿੱਚ ਯੋਗਾ ਮੈਡੀਟੇਸ਼ਨਸ ਦਾ ਸਿਸਟਮ ਵੀ ਰਹਿੰਦਾ ਹੈਗਾ। ਸਾਡੇ ਕੋਲ ਮੈਡੀਟੇਸ਼ਨ ਦੀ ਬਹੁਤ ਐਡਵਾਂਸ ਕਹਿ ਸਕਦੇ ਹੋ ਤੁਸੀਂ ਟੈਕਨੀਕਸ ਹੈਗੀਆਂ, ਜਿਹਦੇ ਨਾਲ ਬਹੁਤ ਹਾਇਰ ਲੈਵਲ 'ਤੇ ਇਨਸਾਨ ਨੂੰ ਬਹੁਤ ਜਲਦੀ ਫਰਕ ਪੈਂਦਾ ਹੈਗਾ, ਅਤੇ ਉਹਦੀਆਂ ਜਿਹੜੀਆਂ ਬਾਡੀਆਂ ਦੇ ਵਿੱਚ ਜਿਹੜੀਆਂ ਵੀ ਪ੍ਰੋਬਲਮਸ ਹੈ ਉਹ ਰਿਵਰਸ ਹੋਣੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਕਿਸ ਤਰ੍ਹਾਂ ਦੀ ਤੁਸੀਂ ਜਿਹੜੀਆਂ ਪ੍ਰੋਬਲਮ ਨੂੰ ਦੂਰ ਕਰਦੇ ਹੋ ਅਤੇ ਸਾਡੇ ਦਰਸ਼ਕਾਂ ਨੂੰ ਜਿਹੜਾ ਇਹਦੀ ਵੀ ਜਾਣਕਾਰੀ ਦਿਓ। ਦੇਖੋ, ਬੇਸਿਕਲੀ ਜਦੋਂ ਨੈਚੁਰੋਪੈਥੀ ਸਿਸਟਮ ਦੇ ਵਿੱਚ ਕੋਈ ਵੀ ਇਨਸਾਨ ਆਉਂਦਾ ਹੈ ਨਾ, ਉਹ ਨੈਚੁਰੋਪੈਥੀ ਨੂੰ ਇਸਤੇਮਾਲ ਕਰਦਾ ਹੈ, ਨੈਚੁਰੋਪੈਥੀ ਟੈਕਨੀਕ ਨੂੰ ਸਮਝਦਾ ਹੈ। ਨੈਚੁਰੋਪੈਥੀ ਦੇ ਵਿੱਚ ਯੋਗਾ ਮੈਡੀਟੇਸ਼ਨ ਹੈ, ਰੇਕੀ ਹੀਲਿੰਗ ਐਡ ਕੀਤੀ ਹੋਈ ਹੈ, ਐਕੂਪ੍ਰੈਸ਼ਰ ਪੱਧਤੀ ਹੈ, ਜਿਹਦੇ ਵਿੱਚ ਹੱਥਾਂ 'ਚ ਬਾਡੀ 'ਚ ਮੈਰੀਡੀਅਨ ਪੁਆਇੰਟਸ ਹੁੰਦੇ ਹੈ ਨਾ, ਅਤੇ ਕ੍ਰਿਸਟਲ ਹੀਲਿੰਗ ਆ ਗਈ, ਐਂਜਲ ਹੀਲਿੰਗ ਆ ਗਈ, ਪਿਰਾਮਿਡ ਹੀਲਿੰਗ ਆ ਗਈ, ਜਿਹਦੇ ਵਿੱਚ ਮੈਂ ਬਹੁਤ ਲੰਬੇ ਸਮੇਂ ਤੋਂ ਕਾਰਜਰਤ ਹਾਂ, ਅਤੇ ਇਹਦੇ ਵਿੱਚ ਮੈਂ ਬਹੁਤ ਅੱਛੀ ਰਿਸਰਚ ਵੀ ਕੀਤੀ ਹੈ, ਬਹੁਤ ਪ੍ਰੈਕਟਿਸ ਵੀ ਕੀਤੀ ਹੈ, ਜਿਹਦੇ ਨਾਲ ਕਾਫੀ ਅੱਛੇ ਰਿਜ਼ਲਟਸ ਮਿਲਦੇ ਆ। ਬੇਸਿਕਲੀ ਕੀ ਹੈ ਕਿ ਸਾਡੀ ਬਾਡੀ ਨੂੰ ਸਮਝਣਾ ਜ਼ਰੂਰੀ ਹੈ। ਸਾਡੀ ਬਾਡੀ 5 ਐਲੀਮੈਂਟਸ 'ਤੇ ਨਿਰਭਰ ਹੈ।
ਜਿੱਦਾਂ ਹੀ ਕੋਈ ਵੀ ਤੱਤਵ ਤੁਹਾਡੀ ਬਾਡੀ ਦਾ ਅਨਬੈਲੈਂਸ ਹੁੰਦਾ ਹੈ, 5 ਐਲੀਮੈਂਟਸ 'ਚੋਂ ਮੰਨ ਲਓ ਪ੍ਰਿਥਵੀ ਤੱਤਵ ਤੁਹਾਡਾ ਅਨਬੈਲੈਂਸ ਹੋਣਾ ਸ਼ੁਰੂ ਹੋ ਗਿਆ, ਤੁਹਾਨੂੰ ਸਰੀਰ ਦੇ ਹੱਡੀਆਂ ਨਾਲ ਜੁੜੇ ਹੋਏ ਰੋਗ ਆਉਣੇ ਸ਼ੁਰੂ ਹੋ ਜਾਂਦੇ ਆ। ਜਦੋਂ ਨੈਚੁਰੋਪੈਥੀ ਟੈਕਨੀਕ ਦੇ ਵਿੱਚ ਇਨਸਾਨ ਆਉਂਦਾ ਹੈ, ਉਹ ਡਾਈਟ ਨੂੰ ਥੋੜ੍ਹਾ ਜਿਹਾ ਦਰੁਸਤ ਕਰਦਾ ਹੈ, ਜਿਹੜੀ ਨੈਚੁਰੋਪੈਥੀ ਦੇ ਵਿੱਚ ਅਸੀਂ ਸਿਸਟਮ ਬਣਾਇਆ ਉਹਨੂੰ ਇਸਤੇਮਾਲ ਕਰਦਾ ਹੈ, ਮੈਡੀਟੇਸ਼ਨ ਦੀ ਪਰਟੀਕੂਲਰ ਫ੍ਰੀਕੁਐਂਸੀ ਦੇ ਉੱਤੇ ਪਹੁੰਚਦਾ ਹੈ, ਅਤੇ ਉਹਦੀ ਬਾਡੀ ਦੇ ਵਿੱਚ ਜਿਹੜੇ ਹੈਪੀ ਹਾਰਮੋਨਸ ਹੈ ਨਾ, ਹੈਪੀ ਹਾਰਮੋਨਸ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਆ। ਬਾਡੀ ਦਾ ਮਕੈਨਿਜ਼ਮ ਜਦੋਂ ਦਰੁਸਤ ਹੋਣਾ ਸ਼ੁਰੂ ਹੋ ਜਾਣਾ, ਆਟੋਮੈਟਿਕਲੀ ਤੁਹਾਡੀਆਂ ਜਿੰਨੀਆਂ ਵੀ ਬਲੋਕੇਜਿਸ ਹੈਗੇ ਕਲੀਅਰ ਹੋਣੀਆਂ ਸ਼ੁਰੂ ਹੋ ਜਾਣੀਆਂ ਅਤੇ ਤੁਹਾਨੂੰ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਆ। ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਵੀ ਇੰਨਾ ਜਿਹੜੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਨੇ, ਲੇਕਿਨ ਤੁਸੀਂ ਇਹ ਜਾਣਕਾਰੀ ਦਿਓ ਵੀ ਹੋਰ ਮਤਲਬ ਕਿ ਕਿਸ ਤਰ੍ਹਾਂ, ਜਿਸ ਤਰ੍ਹਾਂ ਕਹਿ ਲਓ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਕਿ ਖਾਣਾ ਪੀਣਾ ਵੀ ਕੁਛ ਲੋਕਾਂ ਦਾ ਇਸ ਤਰ੍ਹਾਂ ਹੈ, ਅਤੇ ਕਈ ਤਰ੍ਹਾਂ ਦੀ ਜਿਹੜੀਆਂ ਅੱਜ ਕੱਲ੍ਹ ਬਿਮਾਰੀਆਂ ਚੱਲੀਆਂ ਹੋਈਆਂ ਨੇ, ਅਤੇ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਦੇਖੋ ਬੇਸਿਕਲੀ ਬਿਮਾਰੀ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਮਾਰੀ ਹੈ ਕੀ ਚੀਜ਼? ਬਿਮਾਰੀ ਨੂੰ ਇੰਗਲਿਸ਼ 'ਚ ਕਹਿੰਦੇ ਡਿਸੀਜ਼। ਡਿਸਈਜ਼ ਮਤਲਬ ਤੁਹਾਡੀ ਲਾਈਫ 'ਚ ਜਿਹੜਾ ਈਜ਼ੀ ਕੰਫਰਟ ਹੈ ਉਹਦੇ ਵਿੱਚ ਬਲੋਕੇਜ ਆਉਣੀ ਸ਼ੁਰੂ ਹੋ ਗਈ, ਉਹ ਡਿਸਟਰਬ ਹੋ ਚੁੱਕਾ ਹੈ। ਡਿਸਟਰਬ ਯੋਰ ਈਜ਼, ਡਿਜ਼ੀਜ਼, ਠੀਕ ਹੈ। ਦੂਸਰਾ, ਬਿਮਾਰੀ ਦੇ ਕਈ ਸਾਰੇ ਬਲੋਕੇਜਿਸ ਹੁੰਦੇ ਆ, ਬੜੇ ਨਾਮ ਇਹਨੂੰ ਕੁਝ ਵੀ ਦੇ ਸਕਦੇ ਹੋ। ਜਿੱਦਾਂ ਤੁਸੀਂ ਮੰਨ ਲਓ ਕੋਈ ਵੀ ਇਨਸਾਨ ਹੈ, ਉਹਨੂੰ ਡਿਪਰੈਸ਼ਨ ਹੈ, ਆਪਾਂ ਇੱਕ ਡਿਪਰੈਸ਼ਨ ਦੀ ਇੱਥੇ ਰੱਖਦੇ ਹਾਂ। ਡਿਪਰੈਸ਼ਨ ਕੀ ਚੀਜ਼ ਹੈ? ਡਿਪਰੈਸ਼ਨ ਦੇ ਵਿੱਚ ਬ੍ਰੇਨ ਤੋਂ ਜਿਹੜੇ ਹੈਪੀ ਹਾਰਮੋਨਸ ਹੈ ਉਹ ਰਿਲੀਜ਼ ਹੋਣਾ ਬੰਦ ਕਰ ਗਏ। ਉਹ ਮਰੀਜ਼ ਕਿਸੇ ਵੀ ਸੈਂਟਰ 'ਤੇ ਜਾਂਦਾ, ਉੱਥੋਂ ਉਹਦਾ ਇਲਾਜ ਲੈਂਦਾ, ਨਾਰਮਲੀ ਮੈਡੀਸਿਨ ਲੈਂਦਾ। ਮੈਡੀਸਿਨ ਲੈਣ ਦੇ ਨਾਲ ਜਿਹੜਾ ਕੈਮੀਕਲ ਫਾਰਮ ਦੇ ਵਿੱਚ ਉਹਨੂੰ ਉਹ ਦਿੱਤਾ ਜਾਂਦਾ, ਜਿਹੜਾ ਉਹਦਾ ਹਾਰਮੋਨ ਰਿਲੀਜ਼ ਨਹੀਂ ਹੋ ਰਿਹਾ। ਨੈਚੁਰੋਪੈਥੀ ਸਿਸਟਮ 'ਚ ਕੀ ਹੈ ਕਿ ਤੁਹਾਡੇ ਹੈਪੀ ਹਾਰਮੋਨਸ ਰਿਲੀਜ਼ ਹੋਣਾ ਸ਼ੁਰੂ ਹੋ ਗਏ ਬ੍ਰੇਨ ਤੋਂ। ਜਿੱਦਾਂ ਹੀ ਉਹ ਰਿਲੀਜ਼ ਹੋਣਾ ਸ਼ੁਰੂ ਹੋ ਗਿਆ ਬ੍ਰੇਨ ਤੋਂ, ਆਟੋਮੈਟਿਕਲੀ ਹੈਪੀਨੈਸ ਜਿਹੜਾ ਮੂਡ ਹੈ, ਜਿਹੜਾ ਸਵਿੰਗ ਹੋ ਰਿਹਾ ਉਹਦਾ, ਉਹ ਬਦਲਣਾ ਸ਼ੁਰੂ ਹੋ ਜਾਣਾ। ਅਤੇ ਹੁਣ ਇਹਨੂੰ ਨਾਮ ਦਿੱਤਾ ਗਿਆ ਡਿਪਰੈਸ਼ਨ। ਇੱਦਾਂ ਹੀ ਮਾਨਸਿਕ ਬਿਮਾਰੀਆਂ 'ਚ ਕਈ ਸਾਰੇ ਨਾਮ ਹੈ, ਡਿਪਰੈਸ਼ਨ ਹੈ, ਬਾਈਪੋਲਰ ਹੈ, OCD ਹੈ, ਅਤੇ ਇਹਦੇ ਐਨਜ਼ਾਈਟੀ ਹੈ। ਐਕਚੁਅਲ 'ਚ ਇਹ ਸਾਰੀਆਂ ਦੀ ਸਾਰੀਆਂ ਬਿਮਾਰੀਆਂ ਨੂੰ ਜਿਹੜੀ ਜੜ੍ਹ ਹੈ, ਉਹ ਜੜ੍ਹ ਹੈ ਸਾਡੀ ਲਾਈਫ ਸਟਾਈਲ ਡਿਸਆਰਡਰ ਡਿਜ਼ੀਜ਼ ਐਂਡ ਸਾਈਕੋਸੋਮੈਟਿਕ ਡਿਜ਼ੀਜ਼। ਯਾਨੀ ਕਿ ਮਨ ਦੇ ਵਿੱਚ ਵਿਕਾਰ ਉਤਪੰਨ ਹੋਇਆ, ਉਹਨੇ ਪਾਰਟੀਕੂਲਰ ਰਸਾਇਣ ਜਿਹੜੇ ਛੱਡਣੇ ਸੀ ਪੋਜ਼ੀਟਿਵ, ਉਹ ਛੱਡਣੇ ਬੰਦ ਕਰਤੇ, ਅਤੇ ਜਿਹੜੀ ਔਰਗਨਸ ਸਾਡੇ ਬਾਡੀ ਦੇ ਵਿੱਚ ਹੈ ਉਹਦੀ ਕਾਰਜਸ਼ੈਲੀ ਨੂੰ ਬਲੱਡ ਸਰਕੂਲੇਸ਼ਨ ਸਪਲਾਈ ਸਲੋ ਹੋ ਗਈ, ਉਹ ਔਰਗਨ ਤੁਹਾਡਾ ਸਲੋ ਕੰਮ ਕਰਨਾ ਸ਼ੁਰੂ ਕਰਦਾ। ਹੁਣ ਉਹ ਜਿਹੜੇ ਵੀ ਔਰਗਨ ਦੀ ਸਪਲਾਈ ਘਟ ਗਈ, ਜਾਂ ਜਿਹੜੇ ਵੀ ਔਰਗਨ 'ਤੇ ਤੁਹਾਡੇ ਲਾਈਫਸਟਾਈਲ ਡਿਜ਼ੀਜ਼ ਕਾਰਨ, ਤੁਹਾਡੇ ਲਾਈਫਸਟਾਈਲ ਕਾਰਨ ਜਿਹੜੀ ਤੁਸੀਂ ਫੂਡ ਖਾ ਰਹੇ ਹੋ, ਕੁਝ ਵੀ ਗਲਤ ਖਾਣ ਪਾਨ ਕਰ ਰਹੇ ਹੋ, ਉਹਦਾ ਲੋਡ ਪੈ ਰਿਹਾ, ਔਰਗਨ 'ਤੇ ਲੋਡ ਆਉਣਾ ਸ਼ੁਰੂ ਹੋ ਗਿਆ, ਉੱਧਰੋਂ ਕੈਮੀਕਲ ਕੰਪੋਜੀਸ਼ਨ ਤੁਹਾਡਾ ਵਿਗੜਨਾ ਸ਼ੁਰੂ ਹੋ ਗਿਆ, ਤੁਹਾਨੂੰ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ। ਬਸ ਮੈਕੈਨਿਜ਼ਮ ਨੂੰ ਸਮਝਣਾ ਹੈ, ਇਹੀ ਅਸੀਂ ਨੈਚੁਰੋਪੈਥੀ ਸਮਝਾਈਦਾ। ਉਹਦੇ ਵਿੱਚ ਡਾਈਟ ਵੀ ਫੋਲੋ ਕਰਵਾਈ ਦੀ ਹੈ, ਲਾਈਫਸਟਾਈਲ ਬਦਲੀਦਾ, ਰੂਟੀਨ ਬਦਲੀ ਦੇ ਆ। ਜਿਹੜੇ ਪ੍ਰਾਚੀਨ ਟਾਈਮ 'ਤੇ ਲੋਕ ਕਰਦੇ ਸੀ, ਅੱਜ ਕੱਲ੍ਹ ਉਹ ਕਰਨਾ ਬੰਦ ਕਰ ਗਏ। ਅੱਜ ਮਿਸਾਲ ਦੇ ਤੌਰ 'ਤੇ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ AC ਦੀ। ਆਪਾਂ ਗਰਮੀ ਤੋਂ ਬਚਣ ਲਈ AC ਤਾਂ ਲੈ ਲਿਆ, ਹੁਣ ਹੋਇਆ ਕੀ? ਉਹਦਾ ਅਸਰ ਕੀ ਹੋਇਆ? ਉਹਦਾ ਅਸਰ ਇਹ ਹੋਇਆ ਕਿ AC ਨਾਲ ਸਾਡਾ ਪਸੀਨਾ ਸਰੀਰ 'ਚੋਂ ਨਿਕਲਣਾ ਹੀ ਬੰਦ ਹੋ ਗਿਆ, ਅਤੇ ਸਾਡੇ ਬਾਡੀ 'ਚ ਜਿਹੜੇ ਟੌਕਸਿਨਸ ਇਕੱਠੇ ਹੁੰਦੇ ਆ ਉਹ ਬਾਹਰ ਕਿੱਦਾਂ ਵਾਸ਼ ਆਊਟ ਹੋਊਗੇ? ਨਿਕਲੂਗਾ ਕਿੱਦਾਂ? ਜਦੋਂ ਨਿਕਲੂਗੇ ਨਹੀਂ, ਬਿਮਾਰੀਆਂ ਅੰਦਰ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਣੀਆਂ। ਬਸ ਇਹ ਨੈਚੁਰੋਪੈਥੀ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਐਡ ਔਨ ਕਰਕੇ ਅਸੀਂ ਸਿਸਟਮ ਬਣਾਇਆ, ਜਿਹਦੇ ਬਹੁਤ ਅੱਛੇ ਰਿਜ਼ਲਟਸ ਹੈ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਬਿਮਾਰੀਆਂ ਹੈ ਹੀ ਇੰਨੀ ਕਿ ਸਭ ਦਾ ਇਲਾਜ ਜਿਹੜਾ ਸੰਭਵ ਹੈ ਨੈਚੁਰੋਪੈਥੀ ਦੇ ਵਿੱਚ ਹੀ? ਦੇਖੋ, ਨੈਚੁਰੋਪੈਥੀ ਤੁਹਾਨੂੰ ਜੀਣ ਦਾ ਸਲੀਕਾ ਸਿਖਾਉਂਦੀ ਹੈ। ਨੈਚੁਰੋਪੈਥੀ ਜੜ੍ਹ ਦੇ ਉੱਤੇ ਕੰਮ ਕਰਦੀ ਹੈ। ਦੇਖੋ, ਆਪਾਂ ਇੱਕ ਬੂਟਾ ਲਗਾ ਲਈਏ ਘਰ ਦੇ ਵਿੱਚ, ਆਪਾਂ ਉਹਦੀ ਜੜ੍ਹ ਨੂੰ ਪਾਣੀ ਦੇਵਾਂਗੇ, ਪੱਤਿਆਂ ਤੱਕ ਪਹੁੰਚੂਗਾ। ਪੱਤਿਆਂ ਨੂੰ ਪਾਣੀ ਦੇਵਾਂਗੇ, ਜੜ੍ਹ ਤੱਕ ਨਹੀਂ ਪਹੁੰਚ ਸਕਦਾ। ਠੀਕ ਇਸੇ ਪ੍ਰਕਾਰ ਨਾਲ ਨੈਚੁਰੋਪੈਥੀ ਦਾ ਮੈਕੈਨਿਜ਼ਮ ਦੇ ਉੱਤੇ ਕੰਮ ਕਰਦੀ ਹੈ। ਨੈਚੁਰੋਪੈਥੀ ਜੜ੍ਹ ਦੇ ਉੱਤੇ ਕੰਮ ਕਰਦੀ ਹੈ। ਨੈਚੁਰੋਪੈਥੀ ਦੇ ਵਿੱਚ ਅਸੀਂ ਜਿਹੜਾ ਟ੍ਰੀਟਮੈਂਟ ਦੇਈਦਾ, ਅਸੀਂ ਬੇਸਿਕਲੀ 7 ਚੱਕਰਾਸ 'ਤੇ ਕੰਮ ਕਰੀਦੀ ਹੈ। ਸਾਡੀ ਇੱਕ ਐਨਰਜੀ ਫੀਲਡ ਹੈ, ਐਨਰਜੀ ਦੇ ਉੱਤੇ ਕੰਮ ਕਰੀਦਾ, 5 ਐਲੀਮੈਂਟਸ 'ਤੇ ਕੰਮ ਕਰੀਦਾ। ਇਹੀ ਦੋਨੋਂ ਚੀਜ਼ਾਂ ਜੜ੍ਹ ਹੈ। ਨਾਰਮਲ ਫਿਜ਼ੀਕਲ ਲੈਵਲ 'ਤੇ ਸਿੰਪਟਮਸ ਦੇ ਕੇ ਇਲਾਜ ਹੁੰਦਾ, ਇਹਦੇ ਵਿੱਚ ਅਸੀਂ ਜੜ੍ਹ ਦੇ ਉੱਤੇ ਕੰਮ ਕਰੀਦਾ। ਜਦੋਂ ਤੁਹਾਡੇ 7 ਚੱਕਰਾਸ ਜਿਹੜੇ ਤੁਹਾਡੇ ਐਸਟਰਲ ਬਾਡੀ ਦੇ ਵਿੱਚ ਨੇ, ਪਲੱਸ ਤੁਹਾਡੀ 5 ਐਲੀਮੈਂਟਸ ਹੈ, ਇਹਨਾਂ ਦੇ ਉੱਤੇ ਕੰਮ ਹੋ ਗਿਆ, ਅਤੇ ਜਿੱਥੇ ਜਿੱਥੇ ਬਲੋਕੇਜ ਹੈ, ਜਿੱਥੇ ਜਿੱਥੇ ਟੌਕਸਿਨਸ ਤੁਹਾਡੀ ਬਾਡੀ ਤੋਂ ਨਹੀਂ ਨਿਕਲ ਪਾ ਰਹੇ, ਉਹ ਨਿਕਲਣੇ ਸ਼ੁਰੂ ਹੋ ਜਾਂਦੇ ਆ। ਪਲੱਸ ਅਸੀਂ ਥੋੜ੍ਹਾ ਜਿਹਾ ਲਾਈਫ ਸਟਾਈਲ ਬਦਲੀਦਾ।
ਮੈਂ ਪਹਿਲਾਂ ਵੀ ਤੁਹਾਨੂੰ ਸਮਝਾਇਆ ਵੀ ਏਸੀ ਦੇ ਵਿੱਚ ਅਸੀਂ ਬਹਿਣਾ ਤਾਂ ਸ਼ੁਰੂ ਕਰਤਾ, ਤੇ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਜਿੰਨਾ ਜ਼ਿਆਦਾ ਅੱਜ ਕੱਲ੍ਹ ਇਸ ਸਮੇਂ ਦੇ ਉੱਤੇ ਚੀਜ਼ਾਂ ਦੇ ਉੱਤੇ ਜਿੰਨੀਆਂ ਆਪਣੀਆਂ ਕਹਿ ਸਕਦੇ ਹੋ ਤੁਸੀਂ ਮੈਟੀਰੀਅਲਿਸਟਿਕ ਚੀਜ਼ਾਂ ਦੇ ਉੱਤੇ ਨਿਰਭਰ ਹੁੰਦੇ ਜਾ ਰਹੇ ਹਾਂ, ਸਾਡੇ ਬਾਡੀ 'ਚ ਰੋਗ ਵੱਧਦੇ ਜਾ ਰਹੇ ਆ। ਦੂਸਰਾ ਇਹਦਾ ਮੁੱਖ ਕਾਰਨ ਹੈ, ਜਿੱਦਾਂ ਤੁਸੀਂ ਪੁੱਛਿਆ ਵੀ ਨੈਚੁਰੋਪੈਥੀ 'ਚ ਸਾਰਿਆਂ ਦੇ ਇਲਾਜ ਹੈਗੇ, ਮੈਂ ਫਿਰ ਤੁਹਾਨੂੰ ਕਹਿੰਦਾ ਵੀ ਨੈਚੁਰੋਪੈਥੀ ਕੰਮ ਜੜ 'ਤੇ ਕਰਦੀ ਹੈ। ਜੜ ਕੀ ਹੈ? ਤੁਹਾਡਾ ਲਾਈਫ ਸਟਾਈਲ, ਤੁਹਾਡੇ ਬਾਡੀ ਦਾ ਮੈਕੈਨਿਜ਼ਮ, ਤੁਹਾਡੇ 5 ਐਲੀਮੈਂਟਸ, ਪਲੱਸ ਤੁਹਾਡੇ ਬ੍ਰੇਨ ਤੋਂ ਜਿਹੜੇ ਹੈਪੀ ਹਾਰਮੋਨਸ ਰਿਲੀਜ਼ ਨਹੀਂ ਹੋ ਪਾ ਰਹੇ, ਉਹਦੇ ਕਾਰਨ ਤੁਹਾਡੇ ਬਾਕੀ ਦੇ ਆਰਗਨਸ ਬਾਡੀ ਦੇ ਵੀ ਸਟ੍ਰੈਸ 'ਚ ਆ ਜਾਂਦੇ ਆ। ਅਤੇ ਬੇਸਿਕਲੀ ਜਦੋਂ ਨੈਚੁਰੋਪੈਥੀ ਤੁਸੀਂ ਕੰਮ ਕਰੀਦਾ ਨਾ, ਨੈਚੁਰੋਪੈਥੀ 'ਤੇ ਕੰਮ ਕਰਨ ਦੇ ਦੌਰਾਨ ਤੁਹਾਡੇ ਬਾਡੀ ਦਾ ਜਦੋਂ ਮੈਕੈਨਿਜ਼ਮ ਦੇ ਉੱਤੇ ਸਿਸਟਮ ਬਦਲਦਾ, ਤੁਹਾਨੂੰ ਅਸੀਂ ਮੰਨ ਲਓ ਮੈਂ ਇੱਕ ਐਗਜ਼ਾਮਪਲ ਦਿੰਦਾ, ਥੋੜ੍ਹੀ ਹੋਰ ਇਲੈਬੋਰੇਟ ਹੋ ਜਾਊਗਾ, ਕਲੀਅਰ ਹੋ ਜਾਊਗਾ ਜਿਹੜੇ ਦਰਸ਼ਕ ਦੇਖ ਰਹੇ ਨੇ, ਕਿ ਸਾਨੂੰ ਪ੍ਰੋਬਲਮ ਦੀ ਹੁੰਦੀ ਕਿੱਦਾਂ। ਬੇਸਿਕਲੀ ਜਾਂ ਤਾਂ ਸਾਡੀ ਡਾਈਟ ਦੇ ਵਿੱਚ ਕੋਈ ਨਾ ਕੋਈ ਗੜਬੜ ਹੁੰਦੀ ਹੈ, ਕਿਉਂਕਿ ਬਾਡੀ ਦਾ ਜਿਹੜਾ ਸਿਸਟਮ ਉਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 20% ਬਾਡੀ ਐਸਿਡਿਕ ਹੋਣੀ ਚਾਹੀਦੀ ਹੈ, 80% ਬਾਡੀ ਐਲਕਲਾਈਨਿਕ ਹੋਣੀ ਚਾਹੀਦੀ ਹੈ। ਐਲਕਲਾਈਨਿਕ ਯਾਨੀ ਕਿ क्षारीय, ਐਸਿਡਿਕ ਯਾਨੀ ਕਿ ਅਮਲੀਏ, ਠੀਕ ਹੈ ਜੀ। ਬਾਡੀ 'ਚ ਉਨਾ ਹੀ ਐਸਿਡ ਹੋਣਾ ਚਾਹੀਦਾ ਹੈ ਜਿੰਨਾ ਕੁ ਉਹ ਭੋਜਨ ਨੂੰ ਪਚਾਉਣ ਲਈ ਚਾਹੀਦਾ। ਹੁਣ ਹੋ ਕੀ ਰਿਹਾ, ਅਸੀਂ ਕਿਹੜੀਆਂ ਚੀਜ਼ਾਂ ਖਾ ਰਹੇ ਹਾਂ? ਆਪਾਂ ਬੇਕਰੀ ਪ੍ਰੋਡਕਟਸ 'ਤੇ ਡਿਪੈਂਡੈਂਟ ਹੋ ਚੁੱਕੇ ਹਾਂ, ਆਪਾਂ ਪੀਜ਼ਾ ਬਰਗਰ 'ਤੇ ਡਿਪੈਂਡੈਂਟ ਹੋ ਚੁੱਕੇ ਹਾਂ, ਆਪਾਂ ਕੋਈ ਵੀ ਚੀਜ਼ ਮਿਰਚ ਮਸਾਲੇ ਦੇ ਨਾਲ ਤੁੰਨ ਕੇ ਖਾਂਦੇ ਹਾਂ, ਹੈ ਨਾ। ਜਦੋਂ ਅਸੀਂ ਇਹ ਚੀਜ਼ ਨੂੰ ਖਾਧੀ, ਸਾਡੀ ਬਾਡੀ ਦਾ ਜਿਹੜਾ ਐਸਿਡਿਕ ਲੈਵਲ ਉਹ ਵਧਣਾ ਸ਼ੁਰੂ ਹੋ ਗਿਆ, ਉਹ 20 ਦੀ ਬਜਾਏ 60-70 ਹੋਣਾ ਸ਼ੁਰੂ ਹੋ ਗਿਆ, ਜਿਹਦੇ ਕਾਰਨ ਅਮੂਮਨ ਗੈਸ ਐਸਿਡ ਇੱਕ ਆਮ ਬਿਮਾਰੀ ਬਣ ਗਈ ਹੈ। ਹੁਣ ਜਦੋਂ ਬਾਡੀ ਦੇ ਵਿੱਚ ਗੈਸ ਐਸਿਡ ਜ਼ਿਆਦਾ ਰਹਿਣਾ ਸ਼ੁਰੂ ਹੋ ਜਾਊਗਾ ਅਤੇ ਲੀਵਰ ਦੇ ਉੱਤੇ ਲੋਡ ਪੈਣਾ ਸ਼ੁਰੂ ਹੋ ਜਾਊਗਾ, ਲੀਵਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਊਗਾ, ਅਤੇ ਉੱਧਰੋਂ ਸਾਡੀ ਲਾਈਫ ਸਟਾਈਲ ਵਿਗੜਦੀ ਜਾ ਰਹੀ ਹੈ। ਸੈਰ ਬੰਦ ਹੋ ਚੁੱਕੀ ਹੈ, ਯੋਗਾ ਪ੍ਰਾਣਾਯਾਮ ਬੰਦ ਹੋ ਚੁੱਕੇ ਹੈ, ਮੈਡੀਟੇਸ਼ਨ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ ਹੈ, ਕਿਉਂਕਿ ਲੋਕਾਂ ਕੋਲ ਇੰਨਾ ਸਟ੍ਰੈਸਫੁਲ ਲਾਈਫ ਹੋ ਚੁੱਕੀ ਹੈ, ਲੋਕਾਂ ਦੀ ਇੰਨੇ ਬਿਜ਼ੀ ਕਰ ਚੁੱਕੇ ਹੈ, ਚਾਹੇ ਉਹਦੀ ਵਜ੍ਹਾ ਕੁਛ ਵੀ ਹੈ। ਅਸੀਂ ਤੁਹਾਨੂੰ ਤੁਹਾਡੀ ਲਾਈਫ ਸਟਾਈਲ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਐਡ ਕਰਵਾਈ ਦੀਆਂ ਜਿਹਦੇ ਨਾਲ ਤੁਹਾਡੀ ਬਾਡੀ ਡਿਟੌਕਸੀਫਿਕੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਹਾਡੀ ਬਾਡੀ ਦੇ ਵਿੱਚ ਜਿਹੜਾ ਟੌਕਸਿਨ ਹੈ, ਐਕਸਟਰਾ ਐਸਿਡ ਹੈ, ਉਹ ਨਿਕਲਣਾ ਸ਼ੁਰੂ ਹੋ ਜਾਂਦਾ ਅਤੇ ਬਾਡੀ ਐਲਕਲਾਈਨ ਹੋਣੀ ਸ਼ੁਰੂ ਹੋ ਜਾਂਦੀ। ਇਹਦੇ ਵਿੱਚ ਡਾਈਟ ਦਾ ਵੀ ਰੋਲ ਹੈ ਜੀ, ਇਹਦੇ ਵਿੱਚ ਮੈਡੀਟੇਸ਼ਨ ਦਾ ਵੀ ਰੋਲ ਹੈ, ਇਹਦੇ ਵਿੱਚ ਤੁਹਾਡੇ ਵਿਚਾਰਾਂ ਦਾ ਵੀ ਰੋਲ ਹੈ, ਤੁਸੀਂ ਸੋਚਦੇ ਕੀ ਹੋ। ਕਿਉਂਕਿ 90% WHO ਕਹਿੰਦਾ 90% ਜਿਹੜੀ ਬਿਮਾਰੀਆਂ ਉਹ ਸਾਈਕੋਸੋਮੈਟਿਕ ਹੈ, ਸਿਰਫ ਮਨ ਦੇ ਸਟ੍ਰੈਸ ਕਾਰਨ ਹੁੰਦੀ ਹੈ। ਇਸ ਲਈ ਜੋ ਤੁਸੀਂ ਇਹ ਸ਼ਬਦ ਬੋਲਿਆ ਵੀ ਕੀ ਨੈਚੁਰੋਪੈਥੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ, ਅਤੇ ਸਾਰੀਆਂ ਬਿਮਾਰੀਆਂ ਦੀ ਜੜ ਮੈਂ ਦੱਸੀ 5 ਐਲੀਮੈਂਟ ਡਿਸਟਰਬ, 7 ਚੱਕਰਾਸ ਡਿਸਟਰਬ, ਐਨਰਜੀ ਫੀਲਡ ਡਿਸਟਰਬ, ਅਤੇ ਬਾਡੀ 'ਚ ਜਿਹੜੇ ਹੈਪੀ ਹਾਰਮੋਨਸ ਨਹੀਂ ਰਿਲੀਜ਼ ਹੋ ਰਹੇ ਡਿਊ ਟੂ ਸਟ੍ਰੈਸ, ਉਹ ਉਹਦੀ ਜੜ ਹੈ। ਜਦੋਂ ਆਪਾਂ ਉਹਦੇ 'ਤੇ ਕੰਮ ਕਰਾਂਗੇ, ਆਰਗਨਸ ਖੁਸ਼ ਹੋਣਾ ਸ਼ੁਰੂ ਹੋ ਜਾਂਦੇ ਆ, ਆਰਗਨਸ ਆਪਣਾ ਵਧੀਆ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ। ਇੱਕ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀ ਅੱਜ ਕੱਲ੍ਹ ਦਾ ਜਿਹੜੇ ਖਾਣ ਪੀਣ ਹੈ, ਜਿਸ ਤਰ੍ਹਾਂ ਕਹਿ ਲਈਏ ਪੀਜ਼ਾ ਬਰਗਰ ਵਗੈਰਾ, ਇਸ ਤਰ੍ਹਾਂ ਦੇ ਆਪਾਂ ਡਿਪੈਂਡ ਹੋ ਚੁੱਕੇ ਹਾਂ। ਸੋ ਜਿਸ ਤਰ੍ਹਾਂ ਕਹਿ ਸਕਦੇ ਕਿ ਪਹਿਲੇ ਜਿਹੜੀਆਂ ਬਿਮਾਰੀਆਂ ਕਈ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਕਿ ਕਹਿ ਸਕਦੇ ਆ ਕਿ ਸ਼ੂਗਰ BP ਜਾਂ ਫਿਰ ਡਾਇਲਸਿਸ ਵਗੈਰਾ, ਇਹ 40+ ਦੇ ਜਿਹੜੇ ਕਿ ਉਮਰ ਤੋਂ ਬਾਅਦ ਹੁੰਦੀਆਂ ਸੀ, ਲੇਕਿਨ ਅੱਜ ਕੱਲ੍ਹ ਜਿਹੜੀ ਡਾਇਲਸਿਸ ਹੈ ਉਹ ਪਹਿਲੇ ਇੰਨੀ ਜ਼ਿਆਦਾ ਮਰੀਜ਼ਾਂ ਦੇ ਵਿੱਚ ਨਹੀਂ ਪਾਈ ਜਾਂਦੀ ਸੀ, ਪਰ ਹੁਣ ਬਹੁਤ ਜ਼ਿਆਦਾ ਹੈ। ਅਤੇ ਇਸ ਦੇ ਬਾਰੇ ਦੱਸੋ, ਕੀ ਕਹਿਣਾ ਚਾਹੋਗੇ? ਦੇਖੋ, ਆਲਰੇਡੀ ਜਿਹੜਾ ਮੈਂ ਪਿੱਛੇ ਤੁਹਾਨੂੰ ਗੱਲ ਦੱਸੀ ਉਹਦੇ ਵਿੱਚ ਇਹਦਾ ਆਲਰੇਡੀ ਜਵਾਬ ਹੈ, ਫਿਰ ਵੀ ਮੈਂ ਤੁਹਾਨੂੰ ਫਿਰ ਕਲੀਅਰ ਕਰ ਦਿੰਦਾ, ਤੁਸੀਂ ਦੁਬਾਰਾ ਥੋੜ੍ਹਾ ਵਧੀਆ ਤਰੀਕੇ ਨਾਲ ਸਵਾਲ ਪੁੱਛਿਆ। ਇਹਦਾ ਮੇਨ ਕਾਰਨ ਹੈ ਸਾਡੇ ਮਾਈਂਡ 'ਤੇ ਕੰਟਰੋਲ ਨਾ ਹੋਣਾ। ਦੂਸਰਾ, ਸਾਡੇ ਕੋਲ ਸਮੇਂ ਦੀ ਪ੍ਰਿਆਪਤ ਮਾਤਰਾ ਨਹੀਂ ਹੈਗੀ, ਔਰ ਕਈ ਵਾਰ ਕੀ ਮੈਨੂੰ 99% ਅਪਲਾਈ ਹੁੰਦੀ ਚੀਜ਼ ਦੇਖੀ ਹੈ ਕਿ ਚਾਹੇ ਉਹ ਯੰਗ ਜਨਰੇਸ਼ਨ ਹੈ, ਚਾਹੇ ਉਹ ਪੁਰਾਣੇ ਬਜ਼ੁਰਗ ਨੇ, ਜਿਹੜੇ ਅੱਜ ਕੱਲ੍ਹ ਦੇ ਇਸ ਟਾਈਮ ਜਿੰਦੇ ਜਾਗਦੇ ਬਜ਼ੁਰਗ ਨੇ, ਉਹ ਸਟ੍ਰੈਸਫੁਲ ਲਾਈਫ ਕਾਰਨ ਲੇਜ਼ੀ ਹੁੰਦੇ ਜਾ ਰਹੇ ਹੈ। ਹੁਣ ਜਦੋਂ ਇਨਸਾਨ ਲੇਜ਼ੀ ਹੁੰਦਾ ਹੈ, ਉਹ ਹਰ ਚੀਜ਼ ਨੂੰ ਜਲਦੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਉਹ ਦੌੜਦਾ ਫਾਸਟ ਫੂਡ ਵੱਲ। ਜਿੱਦਾਂ ਹੀ ਫਾਸਟ ਫੂਡ ਵੱਲ ਦੌੜਦਾ ਹੈ, ਫਾਸਟ ਬਿਮਾਰੀਆਂ ਵੀ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ। ਅਤੇ ਬਿਮਾਰੀ ਕੋਈ ਏਜ ਨਹੀਂ ਦੇਖਦੀ, ਬਿਮਾਰੀ ਦੇਖਦੀ ਹੈ ਪ੍ਰਕਿਰਤੀ ਦੇ ਨਿਯਮ। ਨੇਚਰ ਦੇ ਨਿਯਮ ਕੀ ਹੈ? ਨੇਚਰ ਦੇ ਨਿਯਮ ਹੈ ਤੁਹਾਡੇ 5 ਤੱਤਵ ਦੇ ਸਰੀਰ ਬਣੇ, ਉਹਨੂੰ ਬੈਲੈਂਸ ਰੱਖੋ। ਨੇਚਰ ਕਹਿੰਦੀ ਹੈ ਤੁਹਾਡੀ ਬਾਡੀ ਐਲਕਲਾਈਨ ਹੋਣੀ ਚਾਹੀਦੀ 80%, ਉਹਨੂੰ ਐਲਕਲਾਈਨ ਰੱਖੋ। ਨੇਚਰ ਕਹਿੰਦੀ ਹੈ ਓਵਰਲੋਡ ਆਪਣੇ ਬ੍ਰੇਨ ਦੇ ਉੱਤੇ ਨਾ ਪਾਓ, ਬ੍ਰੇਨ ਦੀ क्षमता ਵਧਾਓ। ਨੈਚੁਰੋਪੈਥੀ ਸਾਡੇ ਕੋਲ ਐਸੀ ਮੈਡੀਟੇਸ਼ਨ ਹੈ ਜਿਹਦੇ ਨਾਲ ਬ੍ਰੇਨ ਦੀ क्षमता ਵੱਧ ਜਾਂਦੀ ਹੈ, ਪਲੱਸ ਮਾਈਂਡ ਕੰਟਰੋਲ ਆਉਣਾ ਸ਼ੁਰੂ ਹੋ ਜਾਂਦਾ ਹੈ ਨਾ। ਦੇਖੋ, ਅਸੀਂ ਪਿਆਸ ਰੋਕ ਲੈਂਦੇ ਹਾਂ ਬੜੀ ਵਾਰੀ, ਤੁਸੀਂ ਦੇਖਿਆ, ਲੇਕਿਨ ਅਸੀਂ ਭੁੱਖ ਨਹੀਂ ਰੋਕ ਪਾਉਂਦੇ, ਹੈ ਨਾ। ਔਰ ਭੁੱਖ ਨਾ ਰੋਕਣ ਕਾਰਨ, ਪਿਆਸ ਨਾ ਰੋਕਣ ਕਾਰਨ ਅਸੀਂ ਅਲਟਰਨੇਟ ਕੀ ਕੱਢਦੇ ਹਾਂ? ਅਸੀਂ ਕੋਲਡ ਡਰਿੰਕ ਦਾ ਸਹਾਰਾ ਲੈਂਦੇ ਹਾਂ,
ਠੀਕ ਹੈ, ਅਸੀਂ ਪੀਜ਼ਾ 버ਗਰ ਦਾ ਸਹਾਰਾ ਲੈਂਦੇ ਹਾਂ। ਜਿਹੜੀਆਂ ਚੀਜ਼ਾਂ ਦੇ ਵਿੱਚ ਮੈਦਾ ਜ਼ਿਆਦਾ ਹੈ, ਜਿਹੜੇ ਚੀਜ਼ਾਂ 'ਚ ਮਿਰਚ ਮਸਾਲੇ ਜ਼ਿਆਦਾ, ਆਪਾਂ ਬਾਡੀ ਨੂੰ ਦੇਵਾਂਗੇ ਤੇ ਬਾਡੀ ਰਿਪਲਾਈ ਤੁਹਾਨੂੰ ਬਿਮਾਰੀਆਂ ਨਾਲ ਹੀ ਕਰੇਗੀ। ਇਹ ਚੀਜ਼ ਹੈ। ਤੇ ਇੱਕ ਡਾਕਟਰ ਸਾਹਿਬ ਇਹ ਦੱਸੋ ਕਿ ਨੈਚੁਰੋਪੈਥੀ ਦੇ ਨਾਲ ਜਿਸ ਤਰ੍ਹਾਂ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਤੁਹਾਨੂੰ ਮੈਂ ਪੁੱਛਿਆ ਕਿ ਡਾਇਲਸਿਸ ਵਗੈਰਾ ਜਾਂ ਹੋਰ ਜਿਹੜੀਆਂ ਅੱਜ ਕੱਲ੍ਹ ਬੜੀ ਖਤਰਨਾਕ ਜਿਹੜੀਆਂ ਬਿਮਾਰੀਆਂ ਨੇ, ਤੁਹਾਡੇ ਕੋਲ ਕਿੰਨੇ ਕੁ ਪੇਸ਼ੈਂਟ ਇੱਥੇ ਆ ਚੁੱਕੇ ਨੇ, ਠੀਕ ਹੋ ਚੁੱਕੇ ਨੇ, ਤੇ ਕਿੰਨਿਆਂ ਨੂੰ ਤੁਸੀਂ ਠੀਕ ਕਰ ਚੁੱਕੇ ਹੋ, ਤੇ ਕਦੋਂ ਦਾ ਤੁਸੀਂ ਐਕਸਪੀਰੀਅੰਸ ਜਿਹੜਾ ਆਪਣਾ ਕਰ ਰਹੇ ਹੋ? ਦੇਖੋ, ਪਿਛਲੇ ਮੈਨੂੰ 8 ਤੋਂ 10 ਸਾਲ ਇਸ ਲਾਈਨ ਦੇ ਵਿੱਚ ਹੋ ਚੁੱਕੇ ਆ, ਔਰ ਆ ਮੇਰੇ ਕੋਲ ਟੈਸਟੀਮੋਨੀਅਲ ਪਏ ਨੇ। ਇਹਨੂੰ ਤੁਸੀਂ ਦਰਸ਼ਕਾਂ ਨੂੰ ਡਾਇਰੈਕਟ ਦਿਖਾ ਵੀ ਸਕਦੇ ਹੋ ਚਾਹੋ ਤੇ। ਅਸੀਂ 15 ਦਿਨ ਟ੍ਰੀਟਮੈਂਟ ਤੋਂ ਪਹਿਲਾਂ ਭਰਵਾਈਦਾ ਹੈ ਟੈਸਟੀਮੋਨੀਅਲ, ਜਿਹਨੂੰ ਆਪਾਂ ਫੀਡਬੈਕ ਕਹਿ ਸਕਦੇ ਹਾਂ, ਤੇ 15 ਦਿਨ ਆਫਟਰ ਟ੍ਰੀਟਮੈਂਟ ਭਰਵਾਈਦਾ, ਤੇ ਇਹਦੇ ਵਿੱਚ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਹੀ ਮਿਲਣਗੇ। ਦੂਸਰਾ, ਇੱਕ ਬੜੀ ਵਧੀਆ ਚੀਜ਼ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਤੇ ਬਿਲੀਵ ਕਰੋ, ਅਸੀਂ ਕਹਿੰਦੇ ਹਾਂ ਕਿ ਤੁਸੀਂ ਟ੍ਰੇਨਿੰਗ ਵੀ ਲਓ। ਅਸੀਂ ਜਿਹੜੀ ਚੀਜ਼ ਸਿੱਖੀ ਹੈ ਅਸੀਂ ਤੁਹਾਨੂੰ ਟ੍ਰੇਨ ਕਰਦੇ ਹਾਂ, ਐਜੂਕੇਟ ਕਰਦੇ ਹਾਂ, ਔਰ ਜਦੋਂ ਵੀ ਸਾਡੇ ਕੋਲ ਪੇਸ਼ੈਂਟ ਆਉਂਦਾ ਫਸਟ ਕੰਸਲਟੇਸ਼ਨ 'ਚ ਅਸੀਂ ਉਹਨੂੰ ਪਹਿਲਾਂ ਐਜੂਕੇਟ ਕਰੀਦਾ ਵੀ ਵਾਟ ਇਜ਼ ਨੈਚੁਰੋਪੈਥੀ, ਨੈਚੁਰੋਪੈਥੀ ਵਰਕ ਕਿੱਦਾਂ ਕਰ ਰਹੀ ਹੈ, ਤੇ ਇਹਦੇ ਵਿੱਚ ਕਿਹੜੀ ਕਿਹੜੀ ਟੈਕਨਿਕਸ ਅਸੀਂ ਯੂਜ਼ ਕਰੀਦੀਆਂ। ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਫੋਰਨ ਦੇ ਵਿੱਚ ਹਰ ਇੱਕ ਵੱਡੇ ਹਸਪੀਟਲ ਦੇ ਵਿੱਚ ਹੋਲਿਸਟਿਕ ਸੈਂਟਰ ਆ ਚੁੱਕਾ ਹੈ। ਹੋਲਿਸਟਿਕ ਸੈਂਟਰ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਪੈਥੀਆਂ ਨੂੰ ਐਡ ਔਨ ਕੀਤਾ, ਚਾਹੇ ਉਹ ਕਲਰ ਥੈਰੇਪੀ ਹੈ, ਚਾਹੇ ਉਹ ਐਕੂਪ੍ਰੈਸ਼ਰ ਥੈਰੇਪੀ ਹੈ, ਚਾਹੇ ਉਹ ਮੈਡੀਟੇਸ਼ਨ ਹੈ, ਚਾਹੇ ਉਹ ਯੋਗਾ ਹੈ, ਪ੍ਰਾਣਾਯਾਮ ਹੈ, ਚਾਹੇ ਉਹ ਨੈਚੁਰੋਪੈਥੀ ਦੀ ਡਾਈਟ ਪਲੈਨਿੰਗ ਹੈ। ਤੇ ਇਹਨੂੰ ਪ੍ਰਚਾਰ ਪ੍ਰਸਾਰ ਲਈ ਮੇਰੀ ਕੋਸ਼ਿਸ਼ ਹੈ ਵੀ ਇਹ ਜਨ ਸਮਾਨਿਆ ਤੱਕ ਬਹੁਤ ਛੇਤੀ ਪਹੁੰਚੇ, ਉਹਦੇ ਲਈ ਸਾਡੀ ਅੱਗੇ ਤਿਆਰੀ ਚੱਲ ਰਹੀ ਹੈ। ਤੇ ਇੱਕ ਡਾਕਟਰ ਸਾਹਿਬ ਇਹ ਦੱਸੋ ਕਿ ਜਿਸ ਤਰ੍ਹਾਂ ਨੈਚੁਰੋਪੈਥੀ ਦੇ ਨਾਲ, ਜਿਸ ਤਰ੍ਹਾਂ ਤੁਸੀਂ ਸਭ ਦੱਸਿਆ ਕਿ ਅਸੀਂ 8 ਤੋਂ 10 ਸਾਲ ਹੋ ਗਏ ਸਾਨੂੰ ਐਕਸਪੀਰੀਅੰਸ ਕਰਦੇ ਵੀ, ਤੇ ਲੇਕਿਨ ਜਿਹੜੀਆਂ ਅੱਜ ਕੱਲ੍ਹ ਬਿਮਾਰੀਆਂ ਤੁਹਾਨੂੰ ਪਤਾ ਕਿ ਹਸਪੀਟਲਾਂ 'ਚ ਲੋਕ ਜਾਂਦੇ ਨੇ, ਕਈ ਤਰ੍ਹਾਂ ਦੇ ਟੈਸਟ ਵਗੈਰਾ ਲਿਖ ਕੇ ਦਿੱਤੇ ਜਾਂਦੇ ਨੇ, ਕਈ ਤਰ੍ਹਾਂ ਦੇ ਖਰਚੇ ਦੱਸੇ ਜਾਂਦੇ ਨੇ, ਤੇ ਤੁਹਾਡੇ ਇੱਥੇ ਖਰਚੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੋਈ ਜ਼ਿਆਦਾ ਖਰਚਾ ਵਗੈਰਾ ਤਾਂ ਨਹੀਂ ਜਿਸ ਤਰ੍ਹਾਂ? ਇਹ ਬਹੁਤ ਅੱਛਾ ਸਵਾਲ ਪੁੱਛਿਆ, ਕਿਉਂਕਿ ਸਾਡਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਫਟਰ ਕਰੋਨਾ ਖਾਸ ਕਰ ਤੁਸੀਂ ਕਹਿ ਸਕਦੇ ਹੋ ਬਹੁਤ ਸਾਰੇ ਲੋਕਾਂ ਦੀ ਨਾ ਜੌਬ ਚਲੀ ਗਈ। ਸਾਡੇ ਕੋਲ ਜਦੋਂ ਪੇਸ਼ੈਂਟ ਆਉਂਦੇ ਆ ਬਹੁਤ ਸਾਰੇ ਕਹਿੰਦੇ ਆ ਉਹ ਸਾਨੂੰ ਪਹਿਲਾਂ ਫ਼ੋਨ ਤੇ ਖਰਚਾ ਦੱਸੋ, ਕਿਉਂਕਿ ਕਈ ਵਾਰ ਸਾਨੂੰ ਲੋਕ ਸਾਡੇ ਕੋਲ ਆਉਂਦੇ ਉਹ ਫ਼ੋਨ ਤੇ ਵੀ ਸਾਨੂੰ ਪੁੱਛਦੇ ਆ, ਕਿਉਂਕਿ ਕਈ ਵਾਰ ਕਿਸੇ ਦੇ ਥਰੂ ਪੇਸ਼ੈਂਟ ਆਉਂਦਾ, ਕਈ ਵਾਰ ਉਹ ਔਨਲਾਈਨ ਵੀ ਦੇਖ ਲੈਂਦਾ, ਸਰਚ ਕਰਦਾ, ਜਿਨ੍ਹਾਂ ਦੀ ਜਾਗਰੂਕਤਾ ਵੱਧ ਚੁੱਕੀ ਹੈ, ਜਿਨ੍ਹਾਂ ਨੂੰ ਪਤਾ ਲੱਗਣ ਲੱਗ ਚੁੱਕਾ ਵੀ ਨੈਚੁਰੋਪੈਥੀ ਵਰਕ ਕਰਦੀ ਹੈ, ਕਿਉਂਕਿ ਇਸ ਟਾਈਮ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਇਸ ਟਾਈਮ ਇਹ ਚੀਜ਼ ਪ੍ਰਚਾਰ ਪ੍ਰਸਾਰ ਬਹੁਤ ਹਾਈ ਲੈਵਲ ਤੇ ਹੁੰਦੀ ਹੈ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਹਦਾ ਬਹੁਤ ਹੀ ਘੱਟ ਖਰਚਾ ਹੈ। ਪਹਿਲਾਂ ਤਾਂ ਇਸ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਦੂਸਰਾ, ਬਹੁਤ ਜ਼ਿਆਦਾ ਚੱਕਰਾਂ 'ਚ ਅਸੀਂ ਨਹੀਂ ਪਾਉਂਦੇ। ਅਸੀਂ ਕਹਿੰਦੇ ਹਾਂ ਸਾਡੇ ਕੋਲ 10-15 ਦਿਨ ਦੇ ਸੈਸ਼ਨ ਲਓ, ਸੈਸ਼ਨ 'ਚ ਤੁਹਾਨੂੰ ਰਿਜ਼ਲਟ ਮਿਲਦਾ, ਤੁਸੀਂ ਅੱਗੇ ਕੰਟੀਨਿਊ ਕਰੋ, ਔਰ 99.9% ਲੋਕਾਂ ਨੂੰ ਇਹ ਰਿਜ਼ਲਟ ਮਿਲਿਆ। 0.1% ਉਹ ਲੋਕ ਨੇ ਜਿਹੜੇ ਆਲਸ ਕਾਰਨ ਨਹੀਂ ਆ ਪਾਉਂਦੇ, ਜਾਂ ਜਿਹੜੇ ਚਾਹੁੰਦੇ ਅਸੀਂ ਘਰ ਬੈਠੇ ਠੀਕ ਹੋ ਜਾਈਏ, ਜਾਂ ਜਿਹੜੇ ਬਹੁਤ ਜ਼ਿਆਦਾ ਉਹਨਾਂ ਨੂੰ ਆਦਤ ਪੈ ਚੁੱਕੀ ਹੈ ਕਿ ਸਾਨੂੰ ਸਵੇਰੇ ਸ਼ਾਮ ਦੀ ਟੈਬਲੇਟ ਦਿਓ ਤੇ ਅਸੀਂ ਠੀਕ ਹੋ ਜਾਈਏ। ਉਹਨਾਂ ਨੂੰ ਅਸੀਂ ਨਹੀਂ ਕਵਾਂਗੇ, ਰეკਮੈਂਡ ਕਰਾਂਗੇ ਕਿ ਨੈਚੁਰੋਪੈਥੀ ਚਾਹਣ, ਬਟ ਜਿਹੜੇ ਲੋਕ ਚਾਹੁੰਦੇ ਆ ਵੀ ਅਸੀਂ ਆਪਣੀ ਬਾਡੀ ਤੋਂ ਜਿੰਨੀਆਂ ਵੀ ਬਲੋਕੇਜਿਸ ਹੈਗੇ ਉਹਨੂੰ ਕਲੀਅਰ ਕਰਨਾ ਚਾਹੁੰਦੇ ਹਾਂ, ਜਾਂ ਜਿਹੜੀਆਂ ਅਸੀਂ ਮਾਨਸਿਕ ਜਾਂ ਸਰੀਰਕ ਤਣਾਅ ਝੇਲ ਰਹੇ ਹਾਂ, ਚਾਹੇ ਉਹ ਕਿਸੇ ਵੀ ਬਿਮਾਰੀ ਕਾਰਨ ਹੋਵੇ, ਉਹਨੂੰ ਬੜੇ ਆਸਾਨ ਤਰੀਕੇ ਨਾਲ ਰਿਵਰਸ ਕੀਤਾ ਜਾ ਸਕਦਾ ਹੈ। ਕਿਉਂਕਿ ਅਗਰ ਤੁਸੀਂ ਗਲਤ ਖਾਣ ਪਾਨ ਜਾਂ ਗਲਤ ਟੈਕਨੀਕ ਨਾਲ ਤੁਸੀਂ ਆਪਣੇ ਆਪ ਨੂੰ ਬਿਮਾਰ ਕੀਤਾ, ਤਾਂ ਤੁਸੀਂ ਸਹੀ ਟੈਕਨੀਕ ਨਾਲ ਰਿਵਰਸ ਹੋ ਕੇ ਸਵਸਥ ਵੀ ਹੋ ਸਕਦੇ ਹੋ। ਇਹਦੇ 'ਚ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ। ਬਸ ਗੱਲ ਹੈ ਐਜੂਕੇਸ਼ਨ ਦੀ, ਗੱਲ ਹੈ ਜਾਗਰੂਕਤਾ ਦੀ, ਉਹ ਅਸੀਂ ਬਹੁਤ ਛੇਤੀ ਕਰਨ ਜਾ ਰਹੇ ਹਾਂ। ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਆਉਣ ਵਾਲੀ 1-2-3 ਯਾਨੀ ਕਿ 1-2-3 ਸਤੰਬਰ ਨੂੰ ਅਸੀਂ 3 ਦਿਨ ਦਾ ਫ੍ਰੀ ਆਫ ਕੋਸਟ, ਟੋਟਲੀ ਫ੍ਰੀ ਇੱਕ ਸੈਸ਼ਨ ਲਗਾਵਾਂਗੇ, ਜਿਹਦੇ ਵਿੱਚ ਸਿਰਫ ਰੁਦਰਮ ਸ਼ਕਤੀ ਕਿਰਿਆ ਇੱਕ ਅਸੀਂ ਤਿਆਰ ਕੀਤੀ ਹੈ। ਮੈਂ ਬਹੁਤ ਪਿਛਲੇ 8-10 ਸਾਲਾਂ ਤੋਂ ਇੱਥੇ ਪ੍ਰੈਕਟਿਸ ਕਰ ਰਿਹਾ, ਜਿਹਦੇ ਵਿੱਚ ਅਸੀਂ ਨਾ ਮਲਟੀਪਲ ਚੀਜ਼ਾਂ ਨੂੰ ਐਡ ਔਨ ਕੀਤਾ ਹੈ, ਔਰ ਇੱਕ ਪद्धਤੀ ਬਣਾਈ ਹੈ ਜਿਹਦੇ ਵਿੱਚ ਤੁਸੀਂ ਆ ਕੇ ਉਹ ਪद्धਤੀ ਨੂੰ ਇਸਤੇਮਾਲ ਕਰਨਾ, ਉਹ ਕਿਰਿਆ ਨੂੰ ਕਰਨਾ ਹੈ, ਤੇ ਤੁਸੀਂ ਦੇਖੋਗੇ ਵਿਦਿਨ 3 ਡੇਜ਼ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਮਿਲਣਗੇ। ਔਰ ਖਾਸ ਕਰ ਮੈਂ ਇਹ ਵਰਡ ਉਹ ਲੋਕਾਂ ਲਈ ਕਹਿਣਾ ਚਾਹੁੰਦਾ, ਪਲੀਜ਼ ਜਿਹੜੇ ਬੰਦੇ ਬਹੁਤ ਜ਼ਿਆਦਾ ਮੁਹਤਾਜ ਨੇ, ਜ਼ਰੂਰਤਮੰਦ ਨੇ, ਉਹਨਾਂ ਲਈ ਹੀ ਇਹ ਅਸੀਂ ਉਪਰਾਲਾ ਕੀਤਾ ਕਿ 3 ਦਿਨਾਂ ਦਾ ਟੋਟਲੀ ਨਿਸ਼ੁਲਕ ਕੈਂਪ ਲਗਾਇਆ ਜਾ ਰਿਹਾ, ਜਿਹਦੇ 'ਚ ਐਜੂਕੇਸ਼ਨ ਦਿੱਤੀ ਜਾਊਗੀ, ਜਿਹਦੇ ਵਿੱਚ ਦੱਸਿਆ ਜਾਊਗਾ, ਟ੍ਰੇਨਿੰਗ ਦਿੱਤੀ ਜਾਊਗੀ, ਟ੍ਰੀਟਮੈਂਟ ਦਿੱਤਾ ਜਾਊਗਾ, ਥੈਰੇਪੀ ਦਿੱਤੀ ਜਾਊਗੀ, ਔਰ ਉਹਦੇ ਵਿੱਚ ਰਿਜ਼ਲਟ ਵੀ ਮਿਲਣਗੇ। ਤੇ ਆਉਣ ਵਾਲੇ 1-2-3 ਸਤੰਬਰ ਦੇ ਵਿੱਚ ਅਸੀਂ ਇਹਨੂੰ ਸ਼ੁਰੂ ਕਰ ਰਹੇ ਹਾਂ, ਤੇ ਜ਼ਰੂਰਤਮੰਦਾਂ ਤੱਕ ਵੱਧ ਤੋਂ ਵੱਧ ਪਹੁੰਚਾਓ, ਇਹ ਮੇਰੀ ਅਪੀਲ ਹੈ। ਤੇ ਡਾਕਟਰ ਸਾਹਿਬ, ਇੱਕ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ, ਉਹ ਲੋਕਲ ਲੁਧਿਆਣਾ ਤੋਂ ਆਉਂਦੇ ਨੇ ਜਾਂ ਹੋਰ ਵੀ ਬਾਹਰਲੇ ਸ਼ਹਿਰਾਂ ਤੋਂ ਵੀ ਆਉਂਦੇ ਨੇ? ਦੇਖੋ,
ਜਦ ਦਾ ਆਨਲਾਈਨ ਸਮੇਂ ਆਇਆ, ਆਨਲਾਈਨ ਜ਼ਮਾਨਾ ਆਇਆ ਹੈ ਨਾ, ਆਨਲਾਈਨ ਨੇ ਜਿਹੜੀਆਂ ਦੂਰੀਆਂ ਨਾ ਬਹੁਤ ਕਰੀਬ ਕਰ ਦਿੱਤੀਆਂ। ਆਫਟਰ ਕਰੋਨਾ ਜਾਂ ਕਰੋਨਾ ਤੋਂ ਪਹਿਲਾਂ ਵੀ ਜਿਹੜੇ ਲੋਕਾਂ ਨੂੰ ਮੇਰੇ ਬਾਰੇ ਪਤਾ ਚੱਲਿਆ, ਇਸ ਨੈਚੁਰੋਪੈਥੀ ਬਾਰੇ ਪਤਾ ਚੱਲਿਆ, ਇਸ ਸੈਂਟਰ ਬਾਰੇ ਪਤਾ ਚੱਲਿਆ, ਉਹ ਸਾਡੇ ਕੋਲ ਆਨਲਾਈਨ ਸੈਸ਼ਨ ਵੀ ਲੈਂਦੇ ਨੇ। ਠੀਕ ਹੈ, ਕਿਉਂਕਿ ਇਹਦੇ 'ਚ ਮੈਡੀਟੇਸ਼ਨ ਟੈਕਨਿਕਸ ਹੁੰਦੀਆਂ ਪਲੱਸ ਕੁਝ ਡਾਈਟ ਨੂੰ ਫੋਲੋ ਕਰਨਾ ਹੁੰਦਾ, ਜਿਹੜਾ ਕਿ ਆਸਾਨ ਤਰੀਕੇ ਨਾਲ ਹੋ ਜਾਂਦਾ। ਬਟ ਜਿਹੜੇ ਲੋਕਾਂ ਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਜਦੋਂ ਉਹਨਾਂ ਨੇ ਆਪਣੇ ਅੱਗੇ ਰਿਲੇਟਿਵ ਨੂੰ ਦੱਸਿਆ, ਤੇ ਦਿੱਲੀ ਤੋਂ ਹੁਣ 10 ਮਿੰਟ ਪਹਿਲਾਂ ਮੇਰੇ ਕੋਲ ਮੇਰਠ ਤੋਂ ਵੀ ਚੱਲ ਕੇ ਆਏ ਪੇਸ਼ੈਂਟ, ਤੇ ਫੋਰਨ ਤੋਂ ਵੀ ਮੇਰੇ ਕੋਲ ਕਈ ਕਲਾਇੰਟਸ ਆ ਚੁੱਕੇ ਹੈ, ਤੇ ਮੇਰੇ ਕੋਲ ਕੋਈ ਪੂਰਾ ਵੇਰਵਾ ਹੁੰਦਾ। ਅਸੀਂ ਪ੍ਰੋਪਰ ਉਹਨਾਂ ਦੇ ਟੈਸਟੀਮੋਨੀਅਲ ਵੀਡੀਓ ਵੀ ਬਣਾਈ ਦੀ ਹੈ, ਜਿਹੜੇ ਕਿ ਅਸੀਂ ਜਿਹੜਾ ਆਉਣ ਵਾਲੇ ਟਾਈਮ 'ਚ ਕੈਂਪ ਲੱਗੂਗਾ 3 ਦਿਨਾਂ ਦਾ, ਉਹਦੇ ਵਿੱਚ ਜਿੰਨੇ ਵੀ ਸਾਡੇ ਕੋਲ ਤਾਦਾਦ 'ਚ ਲੋਕੀ ਆਉਣਗੇ, ਕਿਉਂਕਿ ਬਟ ਇਹਦੇ ਵਿੱਚ ਇੱਕ ਕਾਰਨ ਹੈ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤੇ ਰਿਜ਼ਲਟਸ ਬਹੁਤ ਅੱਛੇ ਨੇ ਔਰ ਨੈਚੁਰਲ ਨੇ। ਇਹਦੇ ਵਿੱਚ ਕੋਈ ਕਿਸੇ ਤਰੀਕੇ ਦਾ ਕੋਈ ਸਾਈਡ ਇਫੈਕਟ ਨਹੀਂ ਹੈ, ਬਸ ਇਹਨੂੰ ਸਮਝੋ ਤੇ ਰਿਜ਼ਲਟ ਲਓ। ਤੇ ਇੱਕ ਡਾਕਟਰ ਸਾਹਿਬ, ਤੁਸੀਂ ਆਪਣਾ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਤੇ ਇਹਨਾਂ ਨੂੰ ਆਪਣਾ ਕੋਈ ਕੰਟੈਕਟ ਨੰਬਰ ਜਾਂ ਫਿਰ ਲੋਕੇਸ਼ਨ ਤੁਸੀਂ ਦੱਸ ਦਿਓ, ਕਿਉਂਕਿ ਤੁਹਾਡੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਤਾਂ ਗਈ ਹੈ ਨੈਚੁਰੋਪੈਥੀ ਬਾਰੇ, ਤਾਂ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ 1, 2 ਤੇ 3 ਸਤੰਬਰ ਨੂੰ ਜਿਸ ਤਰ੍ਹਾਂ ਤੁਹਾਡੇ ਵੱਲੋਂ ਇੱਕ ਕੈਂਪ ਵੀ ਲਗਾਇਆ ਜਾ ਰਿਹਾ, ਤੇ ਤੁਸੀਂ ਆਪਣੀ ਲੋਕੇਸ਼ਨ ਤੇ ਕੋਈ ਕੰਟੈਕਟ ਨੰਬਰ ਦੱਸ। ਹਾਂਜੀ, ਦੇਖੋ ਲੁਧਿਆਣੇ ਦੇ ਵਿੱਚ ਕੋਚਰ ਮਾਰਕੀਟ ਚੌਂਕ, ਮਾਲਵਾ ਖਾਲਸਾ ਸਕੂਲ, ਗੇਟ ਨੰਬਰ 1 ਦੇ ਬਿਲਕੁਲ ਓਪੋਜ਼ਿਟ ਡਿਵਾਈਨ ਵਰਲਡ ਆਫ ਹੀਲਿੰਗ ਐਂਡ ਮੈਡੀਟੇਸ਼ਨ ਨਾਮ ਤੋਂ ਸਾਡਾ ਸੈਂਟਰ ਹੈ ਜੀ, ਕਲੀਨਿਕ ਹੈ, ਜਿਹਦੇ ਵਿੱਚ ਅਸੀਂ ਇਹ ਕੈਂਪ ਲਗਾਉਣ ਜਾ ਰਹੇ ਹਾਂ। ਔਰ ਇਹਦੇ ਵਿੱਚ ਤੁਹਾਨੂੰ ਪਹਿਲਾਂ ਰਜਿਸਟਰ ਕਰਵਾਉਣੀ ਹੋਗੀ। ਰਜਿਸਟ੍ਰੇਸ਼ਨ ਲਈ ਤੁਹਾਨੂੰ 9814473937, ਆਈ ਰਿਪੀਟ 9814473937 ਤੇ ਤੁਸੀਂ ਕਾਲ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੈ। ਬਿਨਾਂ ਰਜਿਸਟ੍ਰੇਸ਼ਨ ਤੋਂ ਕੋਈ ਐਂਟਰੀ ਨਹੀਂ ਹੋਗੀ, ਕਿਉਂਕਿ ਬਹੁਤ ਸਾਰੀਆਂ ਕਾਲਾਂ ਸਾਨੂੰ ਆਲਰੇਡੀ ਆ ਰਹੀਆਂ ਨੇ ਤੇ ਸਾਨੂੰ ਮੈਨੇਜ ਕਰਨਾ ਪਊਗਾ, ਕਿਉਂਕਿ ਇਹ ਫ੍ਰੀ ਆਫ ਕਾਸਟ ਕੈਂਪ ਹੈ। ਇਸ ਲਈ ਹਰ ਜ਼ਰੂਰਤਮੰਦ ਚਾਹੂਗਾ ਕਿ ਉਹਨੂੰ ਇਹਦਾ ਲਾਭ ਮਿਲੇ, ਔਰ ਅਸੀਂ ਵੀ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ, ਜਾਂ ਜਿੱਥੇ ਵੀ ਤੁਹਾਨੂੰ ਪਤਾ ਲੱਗੇ ਵੀਡੀਓ ਨੂੰ ਪਹੁੰਚਾਓ ਕਿਸੇ ਵੀ ਤਰੀਕੇ ਨਾਲ, ਤਾਂ ਕਿ ਵੱਧ ਤੋਂ ਵੱਧ ਜਨਸੰਖਿਆ ਸਾਡੇ ਕੋਲ ਪਹੁੰਚ ਸਕੇ ਔਰ ਇਸ ਨੈਚੁਰੋਪੈਥੀ ਦਾ, ਨੈਚੁਰਲ ਟ੍ਰੀਟਮੈਂਟ ਦਾ ਲਾਭ ਲੈ ਸਕੇ। ਟਾਈਮਿੰਗ ਕੀ ਹੈ ਡਾਕਟਰ ਸਾਹਿਬ? ਟਾਈਮਿੰਗ ਦੇਖੋ, ਫਿਲਹਾਲ ਟਾਈਮਿੰਗ ਦਾ ਅਸੀਂ ਸ਼ਾਮ ਦਾ ਟਾਈਮ ਰੱਖਾਂਗੇ, ਕੋਸ਼ਿਸ਼ ਹੋਊਗੀ 3 ਤੋਂ 4 ਘੰਟੇ ਦਾ ਪ੍ਰੋਪਰ ਪ੍ਰੋਸੈਸ ਰੱਖਾਂਗੇ, ਲੇਕਿਨ ਇਹ ਡਿਪੈਂਡ ਹੋਊਗਾ ਕਿਉਂਕਿ ਆਲਰੇਡੀ ਸਾਡੇ ਕੋਲ ਪਰਸਨਲ ਸੈਸ਼ਨਸ ਚੱਲ ਰਹੇ ਨੇ। ਦੂਸਰਾ, ਇਹ ਗਰੁੱਪ ਹੀਲਿੰਗ ਸੈਸ਼ਨ ਹੋਊਗਾ, ਇੱਕ ਟਾਈਮ ਤੇ ਅਸੀਂ 20 ਤੋਂ 25 ਬੰਦਿਆਂ ਨੂੰ ਐਂਟਰੀ ਦੇਵਾਂਗੇ, ਤੇ ਉਹ ਇਹ ਅੱਧੇ ਤੋਂ ਪੌਣੇ ਘੰਟੇ 1 ਘੰਟੇ ਦਾ ਸੈਸ਼ਨ ਥੈਰੇਪੀ ਦਾ ਹੋਊਗਾ, ਤੇ ਕੰਬਾਈਨਡ ਸੈਸ਼ਨ ਹੋਊਗਾ ਗਰੁੱਪ, ਕਿ ਤਾਂ ਕਿ ਇੱਕ ਗਰੁੱਪ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ। ਇਸ ਲਈ ਅਸੀਂ ਗਰੁੱਪ ਹੀਲਿੰਗ ਬਣਾਈ ਹੈ, ਤੇ ਸਾਨੂੰ ਮੈਨੇਜ ਕਰਨਾ ਪਊਗਾ। ਦੇਖੋ 5-6 ਘੰਟੇ ਦਾ ਦਿਨ ਦੇ ਵਿੱਚ ਲੱਗ ਸਕਦੇ ਆ, ਬਟ ਡਿਪੈਂਡ ਕਰਦਾ ਕਿ ਕਿੰਨੀਆਂ ਰਜਿਸਟ੍ਰੇਸ਼ਨਾਂ ਸਾਡੇ ਕੋਲ ਆਲਰੇਡੀ ਆ ਚੁੱਕੀਆਂ ਤੇ ਅੱਗੇ ਕਿੰਨੀਆਂ ਆਉਗੀਆਂ, ਤੇ ਉਹ ਜਿੱਦਾਂ ਹੀ ਸਾਨੂੰ ਕੋਈ ਕਾਲ ਕਰਦਾ ਅਸੀਂ ਉਹਨੂੰ ਇਨਫੋਰਮੇਸ਼ਨ ਦੇਵਾਂਗੇ, ਉਸੇ ਤਰੀਕੇ ਨਾਲ ਉਹਦੀ ਰਜਿਸਟ੍ਰੇਸ਼ਨ ਕਰਾਂਗੇ। ਅੱਛਾ ਡਾਕਟਰ ਸਾਹਿਬ, ਇੱਕ ਚੀਜ਼ ਹੋਰ ਦੱਸੋ ਸਾਡੇ ਜਿਹੜੇ ਦਰਸ਼ਕਾਂ ਨੂੰ, ਕਿ ਜਿਹੜੇ ਅੱਜ ਕੱਲ੍ਹ ਲੇਡੀਜ਼ ਨੂੰ ਬਹੁਤ ਜ਼ਿਆਦਾ ਜਿਹੜੀਆਂ ਹੋਰ ਵੀ ਕਈ ਤਰ੍ਹਾਂ ਦੀ ਪ੍ਰੋਬਲਮ ਹੁੰਦੀਆਂ ਨੇ, ਤਾਂ ਉਹਦਾ ਵੀ ਇਲਾਜ ਹੈ ਨੈਚੁਰੋਪੈਥੀ ਦੇ ਵਿੱਚ? ਦੇਖੋ, ਮੈਂ ਪਹਿਲਾਂ ਵੀ ਤੁਹਾਨੂੰ ਸਮਝਾਇਆ ਕਿ ਜਦੋਂ ਬਾਡੀ ਦਾ ਮੈਕੈਨਿਜ਼ਮ ਠੀਕ ਹੋਊਗਾ ਤੇ ਉਹ ਪ੍ਰੋਬਲਮ ਕੋਈ ਵੀ ਹੋਵੇ, ਕਿਉਂਕਿ ਜਿੱਥੇ ਬਲੋਕੇਜ ਹੈਗੀ ਹੈ ਤੁਹਾਡੀ ਬਾਡੀ ਦੇ ਵਿੱਚ, ਜਦੋਂ ਤੁਹਾਡੇ 5 ਐਲੀਮੈਂਟਸ ਬੈਲੈਂਸ ਹੋਣੇ ਹੈ, ਜਦੋਂ ਤੁਹਾਡਾ ਬ੍ਰੇਨ ਸਟ੍ਰੈਸ ਫ੍ਰੀ ਹੋਣਾ ਹੈ, ਤੁਹਾਡੇ ਬਾਡੀ ਦੇ ਉੱਤੇ ਖਰਾਬ ਖਾਣ ਪਾਣ ਦਾ ਲੋਡ ਘਟ ਜਾਣਾ ਹੈ, ਪਲੱਸ ਤੁਹਾਡਾ ਐਨਰਜੀ ਸੈਂਟਰਸ, ਜਿਹੜੇ ਮੇਨ ਇੱਥੇ ਗੱਲ ਆਉਂਦੀ ਐਨਰਜੀ ਸੈਂਟਰ ਤੇ, ਜਿਹਦੇ ਤੇ ਬਹੁਤ ਘੱਟ ਲੋਕ ਕੰਮ ਕਰਦੇ ਨੈਚੁਰੋਪੈਥੀ 'ਚ ਖਾਸ ਕਰ, ਅਸੀਂ ਉਹਦੇ ਤੇ ਮਹਾਰਤ ਹਾਸਲ ਕੀਤੀ ਹੋਈ ਹੈ। ਜਿਹੜੀ ਐਸਟਰਲ ਬਾਡੀ, ਸੂਖਸ਼ਮ ਸਰੀਰ ਹੁੰਦਾ, ਦੇਖੋ ਅੱਜ ਕੱਲ੍ਹ ਬਹੁਤ ਸਾਰੀ ਸਾਇੰਸਿਸ ਆ ਚੁੱਕੀਆਂ, ਜਿਹੜੀ ਐਸਟਰਲ ਬਾਡੀ ਦੇ ਵਿੱਚ 7 ਐਨਰਜੀ ਸੈਂਟਰਸ ਹੈ, ਜਦੋਂ ਉਹ ਵਧੀਆ ਤਰੀਕੇ ਨਾਲ ਬੈਲੈਂਸ ਹੁੰਦੇ, ਐਕਟੀਵੇਟ ਹੁੰਦੇ ਹੈ, ਤੇ ਬਾਡੀ ਦਾ ਸਾਰਾ ਕਚਰਾ ਹੌਲੀ ਹੌਲੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਸ ਬਿਮਾਰੀ ਨੂੰ ਤੁਸੀਂ ਕੁਛ ਵੀ ਨਾਮ ਦੇ ਦਿਓ, ਗੱਲ ਹੈ ਕਿ ਜੜ ਦੇ ਉੱਤੇ ਜਦੋਂ ਕੰਮ ਹੋਊਗਾ ਤੇ ਪੱਤੇ ਸਾਰੇ ਹਰੇ ਹੋਣਗੇ, ਕੋਈ ਇੱਕ ਰਹਿ ਨਹੀਂ ਜਾਊਗਾ। ਇਸ ਲਈ ਜਦੋਂ ਜੜ ਦੇ ਉੱਤੇ ਬਿਮਾਰੀ ਦੀ ਜੜ ਉੱਤੇ ਜਾਂ ਸਰੀਰ ਦੇ ਜਿਹੜੇ ਆਰਗਨਸ ਹੈ, ਉਹਦੇ ਬਾਡੀ ਦੇ ਐਲੀਮੈਂਟਸ ਹੈ, ਉਹਨਾਂ 'ਤੇ ਕੰਮ ਹੋਊਗਾ, ਤੇ ਬਾਡੀ ਦੇ ਵਿੱਚ ਕਿਤੇ ਕਚਰਾ ਰਹਿਣਾ ਨਹੀਂ ਹੈ, ਟੌਕਸਿਨ ਸਾਰੇ ਬਾਹਰ ਆਉਗੇ, ਚਾਹੇ ਉਹ ਕਿਸੇ ਵੀ ਬਿਮਾਰੀ ਦੇ ਰੂਪ 'ਚ ਅੰਦਰ ਬੈਠੇ ਹੈ। ਸੋ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਹੁਣ ਨੇ ਡਾਕਟਰ ਨਵਜੋਤ ਪੁਰੀ ਜੀ, ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਨੈਚੁਰੋਪੈਥੀ ਦੇ ਨਾਲ ਕਈ ਤਰ੍ਹਾਂ ਦੇ ਜਿਸ ਤਰ੍ਹਾਂ ਕਿ ਆਪਣਾ ਟ੍ਰੀਟਮੈਂਟ ਕੀਤੇ ਜਾਂਦੇ ਨੇ, ਤੇ ਇਹਨਾਂ ਦੇ ਵੱਲੋਂ ਇੱਕ ਹੋਰ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਆਉਣ ਵਾਲੀ 1, 2 ਤੇ 3 ਤਰੀਕ ਨੂੰ ਸਾਡੇ ਵੱਲੋਂ ਇੱਕ ਜਿਹੜਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਤਾਂ ਇਹਨਾਂ ਦੇ ਵੱਲੋਂ ਕੋਈ ਆਪਣਾ ਕੰਟੈਕਟ ਨੰਬਰ ਵੀ ਤੁਹਾਨੂੰ ਦੱਸਿਆ ਗਿਆ ਹੈ, ਤਾਂ ਤੁਸੀਂ ਵੀ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਉਹ ਜਲਦ ਤੋਂ ਜਲਦ ਕਰਵਾਓ, ਤੇ ਇਸ ਜਿਹੜਾ ਕੈਂਪ ਦੇ ਵਿੱਚ ਤੁਸੀਂ ਵੀ ਆਓ, ਤੇ ਤੁਹਾਨੂੰ ਇਸ ਦੇ ਬਾਰੇ ਹੋਰ ਵੀ ਜਿਹੜੀ ਬਿਹਤਰ ਜਾਣਕਾਰੀ ਮਿਲੇਗੀ ਕਿ ਨੈਚੁਰੋਪੈਥੀ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਹੋਰ ਵੀ ਜਿਹੜਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਹੋਰ ਵਧੇਰੇ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹੋਮ ਨਿਊਜ਼ ਦੇ ਨਾਲ। ਕੈਮਰਾ ਪਰਸਨ ਬਲਵਿੰਦਰ ਦੇ ਨਾਲ ਮੈਂ ਕਪਿਲ ਕਤਿਆਲ।